ਅੱਜ ਪੜ੍ਹਦੇ ਹਾਂ ਬੇਟਾ ਆਪਾਂ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ ਬਾਰੇ। ਇਹ ਥਰਡ ਕੋਲੀਗੇਟਿਵ ਪ੍ਰੋਪਰਟੀ ਹੈ ਤੇ ਇੰਪੋਰਟੈਂਟ ਹੈ। ਠੀਕ ਹੈ, ਕੀ ਹੁੰਦਾ ਬੋਇਲਿੰਗ ਪੁਆਇੰਟ? +1 ਚ ਵੀ ਪੜਿਆ ਸੀ ਆਪਾਂ। ਬੋਇਲਿੰਗ ਪੁਆਇੰਟ ਸਟੇਟਸ ਆਫ ਮੈਟਰ ਚ ਆਇਆ ਸੀ, ਯਾਦ ਹੋਵੇ। ਇਟ ਇਜ਼ ਅ ਟੈਂਪਰੇਚਰ at which vapor pressure of substance become equal to atmospheric pressure। ਉਹ ਟੈਂਪਰੇਚਰ ਜਿੱਥੇ ਕਿਸੇ ਸਬਸਟੈਂਸ ਦਾ ਵੇਪਰ ਪ੍ਰੈਸ਼ਰ ਕਿਹਦੇ ਬਰਾਬਰ ਹੋ ਜੇ? ਐਟਮੋਸਫੇਰਿਕ ਪ੍ਰੈਸ਼ਰ ਦੇ ਬਰਾਬਰ ਹੋ ਜੇ, ਉਹਨੂੰ ਕਿਹੜਾ ਟੈਂਪਰੇਚਰ ਕਹਿੰਦੇ ਆ? ਬੋਇਲਿੰਗ ਪੁਆਇੰਟ। ਆਪਣਾ ਜਿਹੜਾ ਐਟਮੋਸਫੇਰਿਕ ਪ੍ਰੈਸ਼ਰ ਹੁੰਦਾ ਹੈ ਜਨਰਲੀ 760 ਮਿਲੀਮੀਟਰ ਆਫ ਮਰਕਰੀ ਹੁੰਦਾ ਹੈ, ਜਾਂ 1 ਐਟਮੋਸਫੀਅਰ ਵੀ ਕਹਿ ਸਕਦੇ ਹਾਂ ਇਹਨੂੰ। ਠੀਕ ਹੈ, ਇੰਨਾ ਹੁੰਦਾ ਹੈ। ਜੋ ਪਾਣੀ ਬੋਇਲ ਕਰਦਾ ਹੈ, ਇਟ ਮੀਨਸ ਉਹ ਕਿੰਨੇ ਡਿਗਰੀ ਤੇ ਬੋਇਲ ਕਰਦਾ ਹੈ? 100 ਡਿਗਰੀ ਸੈਂਟੀਗ੍ਰੇਡ ਤੇ ਬੋਇਲ ਕਰਦਾ, ਮੈਨੂੰ ਪਤਾ ਹੈ। ਜੋ ਪਾਣੀ ਬੋਇਲ ਕਰਦਾ ਹੈ, ਇਟ ਮੀਨਸ ਪਾਣੀ ਦਾ ਜਿਹੜਾ ਵੇਪਰ ਪ੍ਰੈਸ਼ਰ ਹੈ ਉਹ ਐਟਮੋਸਫੇਰਿਕ ਪ੍ਰੈਸ਼ਰ ਦੇ ਬਰਾਬਰ ਹੋ ਜਾਂਦਾ ਹੈ। ਇਟ ਮੀਨਸ 1 ਐਟਮੋਸਫੀਅਰ ਦੇ ਬਰਾਬਰ ਹੋ ਜਾਂਦਾ ਹੈ। ਆਈ ਗੱਲ ਸਮਝ? ਤਾਂ 100 ਡਿਗਰੀ ਸੈਂਟੀਗ੍ਰੇਡ ਕੀ ਹੈ? ਵਾਟਰ ਦਾ ਬੋਇਲਿੰਗ ਪੁਆਇੰਟ ਹੈ। ਇਸ ਟੈਂਪਰੇਚਰ ਤੇ ਵਾਟਰ ਦਾ ਵੇਪਰ ਪ੍ਰੈਸ਼ਰ ਕਿਹਦੇ ਬਰਾਬਰ ਹੋ ਜਾਂਦਾ ਹੈ? ਐਟਮੋਸਫੇਰਿਕ ਪ੍ਰੈਸ਼ਰ ਦੇ। ਤਾਂ ਹੀ ਇਹਦੀ ਡੈਫੀਨੇਸ਼ਨ ਹੈ ਬੋਇਲਿੰਗ ਪੁਆਇੰਟ ਕੀ ਹੈ? ਉਹ ਟੈਂਪਰੇਚਰ ਜਿੱਥੇ ਕਿਸੇ ਸਬਸਟੈਂਸ ਦਾ ਵੇਪਰ ਪ੍ਰੈਸ਼ਰ ਐਟਮੋਸਫੇਰਿਕ ਪ੍ਰੈਸ਼ਰ ਦੇ ਇਕੁਅਲ ਹੋ ਜਾਂਦਾ। ਠੀਕ ਹੈ ਬੇਟਾ, ਆਪਾਂ ਇਹ ਤੋਂ ਪਿਛਲੇ ਪਹਿਲਾਂ ਪੜਿਆ ਸੀ ਥੋੜਾ ਜਿਹਾ, ਉਹਨੂੰ ਦੁਬਾਰਾ ਰਿਪੀਟ ਕਰਦੇ ਹਾਂ। ਇੱਕ ਸੋਲਵੈਂਟ ਹੁੰਦਾ ਬੇਟਾ, ਪਿਓਰ ਸੋਲਵੈਂਟ। ਠੀਕ ਹੈ, ਜੇ ਵਾਟਰ ਹੋ ਗਿਆ ਸਪੋਜ਼ ਪਿਓਰ ਸੋਲਵੈਂਟ। ਇੱਕ ਸੋਲੂਸ਼ਨ ਹੈ, ਸੋਲੂਸ਼ਨ ਮਤਲਬ ਉਹ ਚ ਵਾਟਰ ਪਲੱਸ ਕੋਈ ਨॉन ਵੋਲਾਟਾਈਲ ਸੋਲਿਊਟ ਪਾਇਆ ਹੈ। ਨॉन ਵੋਲਾਟਾਈਲ ਦਾ ਮਤਲਬ ਜਿਹਦੇ ਰੂਮ ਟੈਂਪਰੇਚਰ ਤੇ ਵੇਪਰਸ ਨਹੀਂ ਬਣਦੇ, ਉਹਨੂੰ ਨॉन ਵੋਲਾਟਾਈਲ ਸੋਲਿਊਟ ਕਹਿੰਦੇ ਆ। ਆਈ ਗੱਲ ਸਮਝ ਬੇਟਾ? ਤਾਂ ਇਹਨਾਂ ਦੋਨਾਂ ਦੇ ਮਿਕਸਚਰ ਨੂੰ ਕੀ ਕਹਾਂਗੇ ਆਪਾਂ? ਸੋਲੂਸ਼ਨ। ਨॉन ਵੋਲਾਟਾਈਲ ਸੋਲਿਊਟ ਜਿਵੇਂ ਸ਼ੂਗਰ ਹੋ ਗਿਆ, ਨਮਕ ਹੋ ਗਿਆ, ਠੀਕ ਹੈ, ਇਸ ਤਰ੍ਹਾਂ ਦੇ ਇਹ ਨॉन ਵੋਲਾਟਾਈਲ ਸੋਲਿਊਟ ਹੈ। ਜਾਂ ਯੂਰੀਆ ਹੋ ਗਿਆ। ਮੇਰਾ ਕੁਐਸਚਨ ਹੈ ਇਹਨਾਂ ਦੋਨਾਂ ਵਿੱਚੋਂ ਸੋਲਵੈਂਟ ਤੇ ਸੋਲੂਸ਼ਨ ਚੋਂ ਕਿਹਦਾ ਵੇਪਰ ਪ੍ਰੈਸ਼ਰ ਵੱਧ ਹੁੰਦਾ ਹੈ? ਸੋਲਵੈਂਟ ਦਾ ਵੇਪਰ ਪ੍ਰੈਸ਼ਰ ਹਮੇਸ਼ਾ ਵੱਧ ਹੁੰਦਾ ਹੈ ਕਿਹਦੇ ਨਾਲੋਂ? ਸੋਲੂਸ਼ਨ ਨਾਲੋਂ। ਕਿਉਂ? ਆ ਸਪੋਜ਼ ਸੋਲਵੈਂਟ ਹੈ, ਸਪੋਜ਼ ਵਾਟਰ ਹੈ, ਇਹ ਸਾਰੇ ਮੋਲੀਕੂਲ ਸਰਫੇਸ ਤੇ ਕਿਹਦੇ ਹੋਣਗੇ? ਸੋਲਵੈਂਟ ਦੇ ਹੋਣਗੇ। ਆਈ ਗੱਲ ਸਮਝ? ਇਹਨਾਂ ਨੂੰ ਇਹ ਕਵਰ ਕੀਤਾ ਹੋਇਆ। ਚਲੋ ਆਹ ਸੋਲੂਸ਼ਨ ਲੈ ਲਿਆ। ਸੋਲੂਸ਼ਨ ਦਾ ਮਤਲਬ ਇਹ 'ਚ ਪਾਣੀ 'ਚ ਚੀਨੀ ਮਿਲਾਈ ਹੋਈ ਹੈ। ਆਈ ਗੱਲ ਸਮਝ? ਵਾਟਰ ਪਲੱਸ ਸ਼ੂਗਰ ਹੈ, ਸ਼ੂਗਰ ਸੋਲੂਸ਼ਨ ਹੈ ਇਹ, ਸਮਝੋ। ਕਿ ਇਹਦੇ ਸਾਰੇ ਮੋਲੀਕਿਊਲ ਸਰਫੇਸ ਤੇ ਸੋਲਵੈਂਟ ਦੇ ਹੋਣਗੇ? ਨਹੀਂ। ਜੇ ਆਪਾਂ ਹੁਣ ਸ਼ੂਗਰ ਵਾਲਾ ਸੋਲੂਸ਼ਨ ਪੀਏ ਤਾਂ ਪਹਿਲੀ ਘੁੱਟ ਚ ਮਿੱਠਾ ਆਏਗਾ ਨਾ, ਇਟ ਮੀਨਸ ਕੁਝ ਮੋਲੀਕਿਊਲ ਸੋਲਿਊਟ ਦੇ ਹੋਣਗੇ ਟੌਪ ਲੇਅਰ ਤੇ ਆਪਾਂ ਪੀਵਾਂਗੇ ਵੀ ਟੌਪ ਲੇਅਰ ਤੋਂ, ਜਾਂ ਤਾਂ ਵੀ ਨੀਚੋਂ ਪੀ ਲਾਂਗੇ। ਤਾਂ ਇਟ ਮੀਨਸ ਇਹ ਕੁਝ ਮੈਂ ਬਲੈਕ ਕਰਤੇ ਸਰਕਲ, ਇਟ ਮੀਨਸ ਕੁਝ ਵਿੱਚੋਂ ਸੋਲਿਊਟ ਮੋਲੀਕਿਊਲਸ ਹੈ। ਤਾਂ ਸੋਲਵੈਂਟ ਮੋਲੀਕਿਊਲ ਦੀ ਗਿਣਤੀ ਹੈ ਜਿਹੜੀ ਸੋਲੂਸ਼ਨ ਦੇ ਵਿੱਚ ਉਹ ਘਟ ਜੂਗੀ। ਐਜ਼ ਦਾ ਰਿਜ਼ਲਟ ਉਹਨਾਂ ਦੀ ਲਿਕੁਇਡ ਤੋਂ ਵੇਪਰ ਚ ਬਦਲਣ ਦੀ ਕੈਪੈਸਿਟੀ ਵੀ ਘਟ ਜੂਗੀ। ਸਪੋਜ਼ ਇੱਥੇ 4 ਵੇਪਰ ਬਣੇ 1 ਸੈਕਿੰਡ ਚ, ਇੱਥੇ ਕਿੰਨੇ ਵੇਪਰ ਬਣ ਗਏ? ਸਪੋਜ਼ 7-8 ਬਣ ਗਏ। ਠੀਕ ਹੈ, ਤਾਂ ਸੋਲਵੈਂਟ ਦਾ ਹਮੇਸ਼ਾ ਵੇਪਰ ਪ੍ਰੈਸ਼ਰ ਸੋਲੂਸ਼ਨ ਨਾਲੋਂ ਜ਼ਿਆਦਾ ਹੁੰਦਾ ਹੈ। ਇੱਕ ਤਾਂ ਸੋਲੂਸ਼ਨ ਦਾ ਘੱਟ ਹੈ, ਜੇ ਦੋ ਗੱਲਾਂ ਯਾਦ ਨੋਟ ਕਰਨੀਆਂ। ਇੱਕ ਤਾਂ ਸੋਲੂਸ਼ਨ ਦਾ ਵੇਪਰ ਪ੍ਰੈਸ਼ਰ ਸੋਲਵੈਂਟ ਤੋਂ ਘੱਟ ਹੁੰਦਾ ਹੈ। ਇੱਕ ਤਾਂ ਪਹਿਲਾ ਪੁਆਇੰਟ ਕਿਉਂ ਘੱਟ ਹੁੰਦਾ? ਕਿਉਂਕਿ ਕੁਝ ਮੋਲੀਕੂਲ ਸੋਲਿਊਟ ਦੇ ਆ ਗਏ ਸਰਫੇਸ ਤੇ, ਜਿਹਦੇ ਕਰਕੇ ਸੋਲਵੈਂਟ ਮੋਲੀਕਿਊਲ ਦੀ ਵੇਪਰ ਚ ਬਦਲਣ ਦੀ ਕੈਪੈਸਿਟੀ ਘਟ ਗਈ। ਦੂਸਰਾ, ਇਹ ਜਿੰਨੇ ਵੀ ਵੇਪਰ ਬਣੇ ਹੈ ਕਿਹਦੇ ਕਰਕੇ ਬਣੇ ਹੈ? ਸੋਲਵੈਂਟ ਕਰਕੇ ਬਣੇ ਹੈ। ਜਿਹੜਾ ਸੋਲੂਸ਼ਨ ਦੇ ਵਿੱਚ ਵਾਟਰ ਜਾਂ ਸੋਲਵੈਂਟ ਹੈ ਉਹਦੇ ਕਰਕੇ ਬਣੇ। ਆਈ ਗੱਲ ਸਮਝ? ਠੀਕ ਹੈ, ਇਸੇ ਕਨਸੈਪਟ ਨੂੰ ਮੈਂ ਅੱਗੇ ਯੂਜ਼ ਕਰਦਾ। ਇੱਕ ਕੁਐਸਚਨ ਬਣਦਾ ਸੋਲੂਸ਼ਨ ਦਾ ਬੋਇਲਿੰਗ ਪੁਆਇੰਟ ਵੱਧ ਕਿਉਂ ਹੁੰਦਾ ਹੈ ਸੋਲਵੈਂਟ ਨਾਲੋਂ? ਠੀਕ ਹੈ, ਧਿਆਨ ਦਿਓ। boiling point of solution is always more than
प्योर सॉल्वेंट 5 क्वेश्चन की फॉर्म च पहले तो मैं अपने देसी तरीके नाल जिवें मैं सिखाना है उवें ही पढ़ाना है। मान लो एटमॉस्फेरिक प्रेशर है 700 मिलीमीटर ऑफ मरकरी, एटमॉस्फेरिक प्रेशर है, ठीक है। एटमॉस्फेयर जिहड़ियां गैसिस है उन्हां दा सी लैवल के उपर इन्ना प्रैशर हुंदा है, उन्होंने एटमॉस्फेरिक प्रेशर कहने हैं। आ मान लो अपना सॉल्वेंट है, पानी है सॉल्वेंट, ठीक है। सपोज कर लिया इहदा प्रैशर 500 मिलीमीटर ऑफ मरकरी है, ठीक है। इत्थे मैं ले लिया सोल्यूशन, सपोज इहदा प्रैशर है 400 मिलीमीटर ऑफ मरकरी, ठीक है। सोल्यूशन ਨੂੰ सॉल्वेंट तो नीचे रखिया क्योंकि ਇਹਦਾ ਪ੍ਰੈਸ਼ਰ ਘੱਟ ਹੁੰਦਾ ਹੈ, ਪਾਉਣੀ ਪੜਿਆ। ਹੁਣ ਇਹਨੂੰ ਤਾਂ 500 ਤੋਂ 760 ਕਰਨਾ ਹੈ। वेपर ਪ੍ਰੈਸ਼ਰ ਇਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦਾ ਹੈ ਟੈਂਪਰੇਚਰ। ਜੇ ਮੈਂ ਟੈਂਪਰੇਚਰ ਵਧਾਉਂਗਾ ਤਾਂ वेपर ਪ੍ਰੈਸ਼ਰ ਵਧੂਗਾ, ਦੋਨਾਂ ਦਾ ਵਧੂਗਾ, ਸੋਲਵੈਂਟ ਦਾ ਵੀ ਸੋਲੂਸ਼ਨ ਦਾ ਵੀ, ਠੀਕ ਹੈ। ਹੁਣ ਇਹਦਾ ਤਾਂ 500 ਤੋਂ 760 ਕਰਨਾ ਹੈ, ਇਹਦਾ 400 ਤੋਂ 760 ਕਰਨਾ ਹੈ। ਕਿਹਨੂੰ ਘੱਟ ਟਾਈਮ ਲਈ ਹੀਟ ਕਰਨਾ ਪਊਗਾ? ਸੋਲਵੈਂਟ ਨੂੰ। ਇਹਦਾ ਜਲਦੀ ਹੋਈ वेपर ਪ੍ਰੈਸ਼ਰ ਕੀ ਹੈ? ਐਟਮੋਸਫੇਰਿਕ ਪ੍ਰੈਸ਼ਰ ਦੇ ਬਰਾਬਰ ਹੋ ਜਾਊਗਾ। ਪਰ ਸੋਲੂਸ਼ਨ ਦਾ ਕਿਉਂਕਿ ਘੱਟ ਹੋਣ ਕਰਕੇ ਇਹਨੂੰ ਵੱਧ ਹੀਟ ਦੇਣੀ ਪਊਗੀ, ਤਾਂ ਇਹਦਾ वेपर ਪ੍ਰੈਸ਼ਰ ਐਟਮੋਸਫੇਰਿਕ ਪ੍ਰੈਸ਼ਰ ਦੇ ਬਰਾਬਰ ਹੋਊਗਾ। ਜੇ ਵੱਧ ਹੀਟ ਦੇਣੀ ਪਊਗੀ ਇਟ ਮੀਨਸ ਇਹ ਵੱਧ ਟੈਂਪਰੇਚਰ ਤੇ ਬੋਇਲ ਕਰੂਗਾ। ਕਨਸੈਪਟ ਇਹੀ ਹੈ, ਠੀਕ ਹੈ। ਤੇ ਇਸ ਕਰਕੇ ਸੋਲੂਸ਼ਨ ਦਾ वेपर ਪ੍ਰੈਸ਼ਰ ਸੋਲੂਸ਼ਨ ਦਾ ਬੋਇਲਿੰਗ ਪੁਆਇੰਟ ਸੋਲਵੈਂਟ ਨਾਲੋਂ ਹਮੇਸ਼ਾ ਜ਼ਿਆਦਾ ਹੁੰਦਾ ਹੈ, ਠੀਕ ਹੈ। ਚੱਲ ਅੱਗੇ ਨੈਕਸਟ ਦੇਖੋ, ਇਹਨੂੰ ਇਸ ਤਰ੍ਹਾਂ ਵੀ ਕੁਐਸਚਨ ਬਣ ਸਕਦਾ ਹੈ, ਧਿਆਨ ਨਾਲ ਸੁਣੋ। ਆ ਪਾਣੀ ਹੈ, ਪਿਓਰ ਵਾਟਰ ਹੈ, ਕੁਐਸਚਨ ਆ ਜਾਂਦਾ ਹੈ ਵਾਟਰ ਦੇ ਵਿੱਚ ਮੈਂ ਸਪੋਜ਼ ਨਮਕ ਐਡ ਕਰਤਾ ਤਾਂ ਉਹਦਾ ਬੋਇਲਿੰਗ ਪੁਆਇੰਟ ਵੱਧ ਜਾਊਗਾ। ਕਿਉਂ ਵੱਧ ਜਾਏਗਾ ਬੇਟਾ? NaCl ਐਡ ਕਰਨ ਨਾਲ ਸਰਫੇਸ ਤੇ ਕੁਝ ਮੋਲੀਕਿਊਲ ਕਿਹਦੇ ਆ ਜਾਣਗੇ? ਨਮਕ ਦੀ ਆ ਜਾਣਗੇ, ਸੋਲਿਊਟ ਦੇ ਆ ਜਾਣਗੇ, ਕਿਉਂਕਿ ਸੋਲਿਊਟ ਨਾਨ ਵੋਲਾਟਾਈਲ ਹੈ। ਤਾਂ ਸੋਲਿਊਟ ਐਡ ਕਰਨ ਨਾਲ ਸੋਲਵੈਂਟ 'ਚ ਉਹ ਸੋਲੂਸ਼ਨ ਬਣ ਜਾਊਗਾ, ਪਹਿਲੀ ਗੱਲ। ਦੂਜੀ ਗੱਲ, ਸੋਲਿਊਟ ਦੇ ਕੁਝ ਮੋਲੀਕਿਊਲ ਸਰਫੇਸ ਤੇ ਆ ਜਾਣਗੇ, ਜਿਹਦੇ ਕਰਕੇ ਸੋਲਵੈਂਟ ਦੇ ਮੋਲੀਕਿਊਲ ਦੀ ਗਿਣਤੀ ਸਰਫੇਸ ਤੇ ਘਟ ਜਾਏਗੀ, ਜਿਹਦੇ ਕਰਕੇ ਉਹਨਾਂ ਦੀ ਲਿਕੁਇਡ ਤੋਂ वेपर 'ਚ ਬਦਲਣ ਦੀ ਕੈਪੈਸਿਟੀ ਵੀ ਘਟ ਜਾਏਗੀ। ਆਪਾਂ ਹੁਣੀ ਪੜਿਆ ਜਿਹਦਾ वेपर ਪ੍ਰੈਸ਼ਰ ਘੱਟ ਹੈ ਉਹਨੂੰ ਐਟਮੋਸਫੇਰਿਕ ਪ੍ਰੈਸ਼ਰ ਦੇ ਬਰਾਬਰ ਕਰਨ ਲਈ ਵੱਧ ਹੀਟ ਦੇਣੀ ਪਊਗੀ। ਇਸ ਕਰਕੇ ਬੋਇਲਿੰਗ ਪੁਆਇੰਟ ਜਿਹੜਾ ਉਹ ਵੱਧ ਜਾਏਗਾ ਸੋਲਿਊਟ NaCl ਜਾਂ ਕੋਈ ਹੋਰ ਨॉन ਵੋਲਾਟਾਈਲ ਸੋਲਿਊਟ ਐਡ ਕਰਨ ਨਾਲ। ਆਈ ਗੱਲ ਸਮਝ? ਇੱਥੇ ਇੱਕ ਸਾਨੂੰ ਮਲਟੀਪਲ ਦਾ ਵੀ ਕਨਸੈਪਟ ਕਰਾ ਦੇਣਾ ਹੈ, ਧਿਆਨ ਨਾਲ ਸੁਣਨਾ। ਮੰਨ ਲਓ ਪਹਿਲਾ ਜਿਹੜਾ ਸੋਲੂਸ਼ਨ ਹੈ 1 ਮੋਲਰ ਸ਼ੂਗਰ ਸੋਲੂਸ਼ਨ ਹੈ, ਧਿਆਨ ਨਾਲ ਸੁਣਨਾ ਹੈ। ਇਹ 'ਚ 1 ਮੋਲਰ NaCl ਸੋਲੂਸ਼ਨ ਹੈ। ਇਹ ਇੱਕ ਹੋਰ ਲੈ ਆ 1 ਮੋਲਰ ਐਲੂਮੀਨੀਅਮ ਕਲੋਰਾਈਡ ਲੈ ਲਿਆ, ਠੀਕ ਹੈ। ਇਹ 3 ਲੈ ਲਈ ਬੇਟਾ ਮੈਂ ਸੋਲੂਸ਼ਨ। ਆ ਰਹੀ ਹੈ ਗੱਲ ਸਮਝ? ਇਹਨਾਂ ਤਿੰਨਾਂ ਵਿੱਚੋਂ ਕਿਹਦਾ ਬੋਇਲਿੰਗ ਪੁਆਇੰਟ ਵੱਧ ਹੋਏਗਾ ਤੇ ਕਿਉਂ, ਤੁਸੀਂ ਦੱਸਣਾ ਹੈ। ਚਲੋ ਇਹ ਲਾਸਟ ਇੱਕ ਟੌਪਿਕ ਆਏਗਾ ਬੇਟਾ, ਬਸ ਇਸ ਤੋਂ ਬਾਅਦ ਥੋੜਾ ਹੀ ਟਾਈਮ ਹੈ, ਥੋੜੇ ਟਫ ਹੈ, ਉਹਨਾਂ ਸਾਰੇ ਕਨਸੈਪਟ ਚੈਪਟਰ ਦੇ ਚੇਂਜ ਹੋ ਜਾਣਗੇ, ਉਹ ਸਮਝਣਾ ਬਹੁਤ ਜ਼ਰੂਰੀ ਹੈ। ਵਾਂਟ ਆਫ ਫੈਕਟਰ ਆਈ ਹੈ ਤਾਂ ਇੱਥੇ ਤਿੰਨਾਂ ਦੀ ਕੰਸੈਂਟ੍ਰੇਸ਼ਨ ਦਾ ਸੇਮ ਹੈ, ਠੀਕ ਹੈ। ਤਾਂ ਦੇਖਣ 'ਚ ਐਵੇਂ ਲੱਗਦਾ ਤਿੰਨਾਂ ਦਾ ਬੋਇਲਿੰਗ ਪੁਆਇੰਟ ਸੇਮ ਹੋਊਗਾ, ਬਟ ਇਹ ਰੋਂਗ ਹੈ। ਜਿਹੜੀਆਂ ਕੁਆਲੀਟੇਟਿਵ ਪ੍ਰੋਪਰਟੀਜ਼ ਹੈ ਉਹ ਨੰਬਰ ਆਫ ਪਾਰਟੀਕਲਸ ਆਫ ਸੋਲਿਊਟ ਤੇ ਡਿਪੈਂਡ ਕਰਦੀ ਹੈ। ਹੁਣ ਜਿਵੇਂ ਸ਼ੂਗਰ ਹੈ C12H22O11, 1 ਮੋਲਰ ਦਾ ਮਤਲਬ 1 ਮੋਲ ਹੈ ਇਹਦਾ। ਜਦੋਂ ਮੈਂ ਪਾਣੀ 'ਚ ਪਾਉਂਗਾ ਇਹਦੀ ਨਾ ਤਾਂ ਐਸੋਸੀਏਸ਼ਨ ਹੋਣੀ ਹੈ ਨਾ ਹੀ डिसोसीएशन होनी है। ਇਹ 1 ਮੋਲ ਤੋਂ ਕਿੰਨੇ ਬਣਨਗੇ? 1 ਮੋਲ ਪਾਰਟੀਕਲ ਹੀ ਬਣਨਗੇ। ਆਈ ਗੱਲ ਸਮਝ? ਤਾਂ ਸਪੋਜ਼ ਇਹਦੇ ਸਰਫੇਸ ਤੇ ਜਿਹੜੇ ਮੋਲੀਕਿਊਲਸ ਹੈ ਉਹਨਾਂ ਵਿੱਚੋਂ ਮੈਂ 1 ਬਲੈਕ ਕਰਤਾ ਸਮਝਾਉਣ ਲਈ। ਆਈ ਗੱਲ ਸਮਝ? ਹੁਣ NaCl ਵੀ 1 ਮੋਲਰ ਹੈ, ਇਹਦਾ 1 ਮੋਲ ਹੀ ਪਾਇਆ ਸੀ ਪਾਣੀ 'ਚ, ਪਰ ਜਦੋਂ ਪਾਣੀ 'ਚ ਪਾਇਆ NaCl ਨੂੰ ਇਹ ਆਇਨਸ ਦੇ ਵਿੱਚ ਬ੍ਰੇਕ ਕਰ ਜੂਗਾ। Na ਪੋਜ਼ਿਟਿਵ ਤੇ Cl ਨੈਗੇਟਿਵ 'ਚ ਬ੍ਰੇਕ ਕਰ ਗਿਆ। ਇਹ ਤੋਂ ਕਿੰਨੇ ਬਣਨਗੇ? ਇਟ ਮੀਨਸ ਆ 1 ਮੋਲ ਸੀ, ਇਹ ਤੋਂ 1 ਮੋਲ ਹੀ ਆ ਬਣ ਗਏ, 1 ਮੋਲ ਹੀ ਆ ਬਣ ਗਏ। ਟੋਟਲ ਨੰਬਰ ਆਫ ਪਾਰਟੀਕਲਸ ਆਫ ਸੋਲਿਊਟ ਵੱਧ ਗਏ। ਕਿੰਨੇ ਵੱਧ ਗਏ?
ਇਹ ਟੋਟਲ ਪਾਣੀ ਚ ਪਾਣ ਨਾਲ 2 ਮੋਲ ਬਣ ਗਏ। ਸਪੋਜ਼ ਕਰ ਲਿਆ मैं 100% डिसोसिएशन एक बार समझाने लिए सपोज कर लिए थे, ठीक है। डिसोसिएशन तो होगी चाहे 100% ना हो। मैं जो 1 मोल ऐड करूंगा 1 मोल तो ਵੱਧ ਬਣਨਗੇ, पर समझाने लिए इतने मैं 100% डिसोसिएशन ले ली तो 2 मोल बन गए। 2 मोल का मतलब ਹੁਣ ਜਦੋਂ NaCl सोल्यूशन होगा इस मैं 2 मॉलिक्यूल ब्लैक करते समझाने लिए। आई गल समझ? ਇਹਦਾ मतलब ਸੋਲਿਊਟ ਮੋਲੀਕਿਊਲ ਦੀ ਸਰਫੇਸ ਤੇ ਗਿਣਤੀ ਘਟ ਗਈ। ਇੱਥੇ ਇਹਦਾ ਵੇਪਰ ਪ੍ਰੈਸ਼ਰ ਕੀ ਹੋਊਗਾ? ਘੱਟ ਹੋਊਗਾ। ਕਿਹਦੇ ਨਾਲੋਂ? NaCl ਦਾ ਘੱਟ ਹੋਇਆ ਕਿਹਦੇ ਨਾਲੋਂ? ਸ਼ੂਗਰ ਨਾਲੋਂ। ਕਿਉਂ? ਕਿਉਂਕਿ ਨੰਬਰ ਆਫ ਪਾਰਟੀਕਲ ਆਫ ਸੋਲਿਊਟ ਵੱਧ ਗਏ ਸਰਫੇਸ ਤੇ। ਸਿਮਿਲਰਲੀ AlCl3 ਦਾ ਜਿਹੜਾ 1 ਮੋਲ ਹੈ ਇਹ ਵੀ ਇਲੈਕਟ੍ਰੋਲਾਈਟ ਹੈ। ਇਹਨੂੰ ਜਦੋਂ ਪਾਣੀ ਚ ਪਾਉਂਗਾ ਇਹ ਤੋਂ 1 ਮੋਲ ਐਲੂਮੀਨੀਅਮ ਆਇਨ ਬਣਨਗੇ तो 3 मोल किहड़े बन जाएंगे? क्लोराइड आयन बन जाएंगे, ठीक है। तो नंबर ऑफ पार्टिकल्स कितने बढ़ गए? 4 मोल हो गए। मैं पाया था 1 मोल से, बट पानी च पाने तो बाद हो गई है 4 मोल च कन्वर्ट हो गए। नंबर ऑफ पार्टिकल ऑफ सल्यूट जो होर बढ़ जाएंगे सरफेस ते, समझ रहे हो? इत्थे मैं 4 ब्लैक करते तो उन्होंने सोल्यूशन की वेपर च बदलने की कैपेसिटी घट जूगी। तो आप ਹੁਣ ਹੀ ਪੜਿਆ ਜਿਹਦਾ ਵੇਪਰ ਪ੍ਰੈਸ਼ਰ ਘੱਟ ਹੁੰਦਾ ਹੈ ਉਹਨੂੰ ਐਟਮੋਸਫੇਰਿਕ ਪ੍ਰੈਸ਼ਰ ਦੇ ਬਰਾਬਰ ਕਰਨ ਲਈ ਵੱਧ ਹੀਟ ਦੇਣੀ ਪਊਗੀ। ਇਸ ਕਰਕੇ ਉਹਦਾ ਬੋਇਲਿੰਗ ਪੁਆਇੰਟ ਕੀ ਹੋਊਗਾ? ਵੱਧ ਹੋਊਗਾ। ਇਹਨਾਂ ਤਿੰਨਾਂ ਵਿੱਚੋਂ ਸ਼ੂਗਰ ਦਾ ਬੋਇਲਿੰਗ ਪੁਆਇੰਟ ਘੱਟ ਹੋਊਗਾ, ਐਲੂਮੀਨੀਅਮ ਕਲੋਰਾਈਡ ਦਾ ਬੋਇਲਿੰਗ ਪੁਆਇੰਟ ਸਭ ਨਾਲੋਂ ਵੱਧ ਹੋਊਗਾ। ਜਿਹਦਾ ਵੇਪਰ ਪ੍ਰੈਸ਼ਰ ਘੱਟ ਹੋਊਗਾ ਸ਼ਾਰਟਕਟ 'ਚ ਉਹਦਾ ਬੋਇਲਿੰਗ ਪੁਆਇੰਟ ਵੱਧ ਹੋਊਗਾ। ਕਲੀਅਰ ਹੈ ਬੇਟਾ? ਇੱਕ ਕਨਸੈਪਟ ਤਾਂ ਇਹ ਹੋ ਗਿਆ। ਅੱਗੇ ਦੇਖੋ ਆਪਾਂ ਹੁਣੀ ਪੜ੍ਹ ਕੇ ਹਟੇ ਸੀਗੇ ਸੋਲੂਸ਼ਨ ਦਾ ਜਿਹੜਾ ਬੋਇਲਿੰਗ ਪੁਆਇੰਟ ਹੈ ਉਹ ਜ਼ਿਆਦਾ ਹੁੰਦਾ ਹੈ ਕਿਹਦੇ ਨਾਲੋਂ? ਪਿਓਰ ਸੋਲਵੈਂਟ ਨਾਲੋਂ। TB ਦਾ ਮਤਲਬ ਬੋਇਲਿੰਗ ਪੁਆਇੰਟ ਆਫ ਸੋਲੂਸ਼ਨ ਹੈ, T0 ਦਾ ਮਤਲਬ ਬੋਇਲਿੰਗ ਪੁਆਇੰਟ ਆਫ ਸੋਲਵੈਂਟ ਹੈ। ਸੋਲੂਸ਼ਨ ਦਾ ਜਿੰਨਾ ਬੋਇਲਿੰਗ ਪੁਆਇੰਟ ਵੱਧ ਹੋਊਗਾ ਸੋਲਵੈਂਟ ਨਾਲੋਂ ਉਹਨੂੰ ਕਹਿੰਦੇ ਅਸੀਂ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ। ਐਲੀਵੇਸ਼ਨ ਮਤਲਬ ਇਨਕਰੀਮੈਂਟ, ਉਹਨੂੰ ਰਿਪਰੈਜ਼ੈਂਟ ਕਰਦੇ ਅਸੀਂ ਮੈਥਮੈਟਿਕਲੀ ਡੈਲਟਾ TB। ਇਹ ਕਿਹਦੇ ਬਰਾਬਰ ਹੈ? TB ਮਾਈਨਸ T0। ਜਿਵੇਂ ਐਗਜ਼ਾਮਪਲ ਲੈਣਾ ਪਾਣੀ ਹੈ ਨਾ, ਪਾਣੀ ਦਾ ਬੋਇਲਿੰਗ ਪੁਆਇੰਟ ਕਿੰਨਾ ਹੁੰਦਾ ਹੈ? 100 ਡਿਗਰੀ ਸੈਂਟੀਗ੍ਰੇਡ। ਕਲੀਅਰ ਹੈ? ਹੁਣ ਮੈਂ ਪਾਣੀ ਦੇ ਵਿੱਚ ਸਪੋਜ਼ ਸ਼ੂਗਰ ਜਾਂ ਨਮਕ ਪਾਤਾ, ਉਹਦਾ ਬੋਇਲਿੰਗ ਪੁਆਇੰਟ ਕੀ ਬਣ ਜਾਊਗਾ? ਕੀ 100 ਤੋਂ ਜ਼ਿਆਦਾ ਹੋਏਗਾ ਘੱਟ ਹੋਏਗਾ? ਇਹ 100 ਤੋਂ ਵੱਧ ਹੋਏਗਾ। ਸਪੋਜ਼ ਇਹ 100.5 ਡਿਗਰੀ ਸੈਂਟੀਗ੍ਰੇਡ ਹੋ ਗਿਆ। ਕਿੰਨਾ ਵੱਧ ਗਿਆ? ਇਹ 0.5 ਡਿਗਰੀ ਵੱਧ ਗਿਆ। ਉਹਨੂੰ ਕਹਾਂਗੇ ਆਪਾਂ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ। ਉਹਨੂੰ ਮੈਥਮੈਟਿਕਲੀ ਰਿਪਰੈਜ਼ੈਂਟ ਕਰਦੇ ਅਸੀਂ ਡੈਲਟਾ TB ਇਜ਼ ਇਕੁਅਲ ਟੂ TB ਮਾਈਨਸ T0। ਇਹ ਡਿਫਰੈਂਸ ਹੈ ਬੇਟਾ, ਇਹ ਡਿਫਰੈਂਸ ਚਾਹੇ ਕੈਲਵਿਨ 'ਚ ਹੋਇਆ ਚਾਹੇ ਸੈਂਟੀਗ੍ਰੇਡ 'ਚ ਹੋਇਆ, ਇੱਕੋ ਹੀ ਗੱਲ ਹੈ। ਜੇ ਡਿਫਰੈਂਸ ਸੈਂਟੀਗ੍ਰੇਡ 'ਚ ਉਹਨੂੰ ਕੈਲਵਿਨ 'ਚ ਨਹੀਂ ਬਦਲਣਾ, 273 ਜੋੜ ਕੇ। ਆ ਦੇਖੋ ਜਿਵੇਂ ਹੁਣ 100 ਡਿਗਰੀ ਸੈਂਟੀਗ੍ਰੇਡ ਦਾ ਮਤਲਬ ਇਹ 373 ਕੈਲਵਿਨ ਹੋ ਗਿਆ, 100.5 ਦਾ ਮਤਲਬ 373.5 ਕੈਲਵਿਨ ਹੋ ਗਿਆ। ਤਾਂ ਡਿਫਰੈਂਸ ਕਿੰਨਾ ਰਿਹਾ? 0.5 ਰਹੂਗਾ। ਇਹ ਚਾਹੇ ਕੈਲਵਿਨ 'ਚ ਲੈ ਲਓ ਚਾਹੇ ਸੈਂਟੀਗ੍ਰੇਡ 'ਚ, ਠੀਕ ਹੈ। ਡਿਫਰੈਂਸ ਹੈ, ਇਹਨੂੰ ਕਨਵਰਟ ਨਹੀਂ ਕਰਨਾ ਯੂਨਿਟਸ ਕਨਵਰਸ਼ਨ 'ਚ। ਜੇ ਡੈਲਟਾ TB ਹੈ ਨੂਮੈਰੀਕਲ 'ਚ ਤਾਂ ਉਹ ਚਾਹੇ ਡਿਗਰੀ ਸੈਂਟੀਗ੍ਰੇਡ 'ਚ ਚਾਹੇ ਕੈਲਵਿਨ 'ਚ ਉਨਾ ਹੀ ਰਹੇਗਾ। ਆਹੀ ਗੱਲ ਸਮਝੇ? ਪੁਆਇੰਟਾਂ 'ਚ ਹੀ ਹੋਏਗਾ ਜ਼ਿਆਦਾਤਰ। ਚੱਲ ਅੱਗੇ ਨੈਕਸਟ ਦੇਖੋ ਇਸੇ ਚੀਜ਼ ਨੂੰ ਆਪਾਂ ਗ੍ਰਾਫਿਕਲੀ ਪੜ੍ਹਦੇ ਹਾਂ ਹੁਣ। इधरले पासे की ले लिया आप पेपर प्रेशर, इधर की ले लिया मैं टैंपरेचर, ठीक है। इत्थे ले लिया मैं एटमोसफेरिक प्रेशर। जो डॉटेड लाइन लगाई है किहड़ा प्रेशर है? एटमोसफेरिक प्रेशर कितना होंदा है? 760 मिलीमीटर ऑफ मरकरी, ठीक है। मैं इधर भी लिखता, दोनों पासे लिखता। मैं दो कर्व्स बनाई है AB ते CD। जी AB कर्व है सॉल्वेंट वास्ते है, ठीक है। जी CD कर्व है सोल्यूशन वास्ते है। सॉल्वेंट की कर्व नूं उपर क्यों रखे है सोल्यूशन नालों? क्योंकि सॉल्वेंट का वेपर प्रेशर
ज़्यादा ਹੁੰਦਾ ਹੈ ਸੋਲੂਸ਼ਨ ਨਾਲੋਂ। ਲੈਫਟ ਸਾਈਡ ਤੇ ਕੀ ਹੈ ਵੇਪਰ ਪ੍ਰੈਸ਼ਰ ਹੈ। ਤਾਂ ਸੋਲਵੈਂਟ ਦਾ ਵੇਪਰ ਪ੍ਰੈਸ਼ਰ ਵੱਧ ਹੋਣ ਕਰਕੇ ਸੋਲੂਸ਼ਨ ਨਾਲੋਂ ਸੋਲਵੈਂਟ ਦੀ ਕਰਵ ਉੱਪਰ ਰੱਖੀ ਹੈ, ਸੋਲੂਸ਼ਨ ਦੀ ਨੀਚੇ ਰੱਖੀ ਹੈ। ਤੇ ਆਪਾਂ ਪੜਿਆ ਸੀਗਾ ਵੇਪਰ ਪ੍ਰੈਸ਼ਰ ਕਿਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦਾ ਹੈ, ਟੈਂਪਰੇਚਰ ਦੇ डायरेक्टली प्रोपोर्शनल है। ठीक है, समझ आ रहा है? वेपर प्रेशर की डायरेक्टली प्रोपोर्शनल है टैंपरेचर से। टैंपरेचर जे बढ़ाऊंगा तो सॉल्वेंट का भी वेपर प्रेशर बढ़ूगा, सोल्यूशन का भी वेपर प्रेशर बढ़ूगा। आई गल समझ? इस पॉइंट ते इन मैं ई मान लिया, इस पॉइंट ते सॉल्वेंट का वेपर प्रेशर किहदे बराबर हो गया एटमॉस्फेरिक प्रेशर ते। तो ई पॉइंट के कॉरसपॉन्डिंग जो टैंपरेचर लूँगा इनू मैं केड़ा टैंपरेचर कहूँगा, बॉइलिंग पॉइंट ऑफ सॉल्वेंट T0। आई गल समझ? सिमिलरली जिवें जिवें टैंपरेचर बढ़ावांगे सोल्यूशन का भी वेपर प्रेशर बढ़ूगा। इस पॉइंट ते F पॉइंट ते ठीक है सोल्यूशन का वेपर प्रेशर किहदे बराबर हो गया एटमॉस्फेरिक प्रेशर ते। इहदे कॉरसपॉन्डिंग जे मैं टैंपरेचर लूँगा तो उहनूं की कहांगे आपां बॉइलिंग पॉइंट ऑफ सोल्यूशन। ये जिहड़ा सोल्यूशन का जिन्ना इह तों वध होगा डिफरेंस नूं की कहांगे आपां एलीवेशन इन बॉइलिंग पॉइंट डेल्टा TB। आई गल समझ? तो B ते D का तो कोई नहीं है, तो जो टैंपरेचर होर बढ़ावांगे होर वध जाएगा, एटमॉस्फेरिक प्रैशर तो भी प्रैशर वध जाएगा। बट अपना मेन कंसर्न इत्थे E ते F पॉइंट नाल है। ठीक है, E पॉइंट ते सॉल्वेंट का वेपर प्रेशर किहदे बराबर हो जाएगा एटमॉस्फेरिक प्रैशर ते। अब बड़े जिस टैंपरेचर ते सबसटांस का वेपर प्रेशर एटमॉस्फेरिक प्रैशर के बराबर हो जाता उन्होंने बॉइलिंग पॉइंट कहते हैं उस सबसटांस का। ठीक है, तो T0 की है बॉइलिंग पॉइंट ऑफ सॉल्वेंट, TB की है बॉइलिंग पॉइंट ऑफ सोल्यूशन। मैथेमैटिकली जो डेल्टा TB है वो किहदे बराबर है KB इंटू M की है मोलैलिटी, KB की है मोलल एलिवेशन कॉन्स्टेंट। ठीक है, जिन इब्लियोस्कोपिक कॉन्स्टेंट भी कह देंगे। तो डेल्टा TB किहदे बराबर है KB, मोलैलिटी का की फार्मूला है W2/M2 1000 बाय वेट ऑफ सॉल्वेंट इन ग्राम्स। याद हो, आ मोलैलिटी की जगह से लिखे एक आ वाला फार्मूला तो एक आ वाला फार्मूला, इन्होंने दोनों फार्मूले के बेस से सारे न्यूमेरिकल सॉल्व हो जाएंगे। ठीक है, ਇਹ ਕਿਵੇਂ ਡਰਾਈਵ ਕੀਤਾ ਉਹਦੀ ਜ਼ਰੂਰਤ ਨਹੀਂ, ਆਪਣੀ ਬੁੱਕ 'ਚ ਡਰਾਈਵ ਕੀਤਾ, ਪਹਿਲਾਂ ਨਹੀਂ ਸੀ ਡਰਾਈਵ ਕੀਤਾ ਹੁੰਦਾ, ਅੱਜ ਤੱਕ ਇਹਦੀ ਜ਼ਰੂਰਤ ਨਹੀਂ ਪਈ ਕਿਉਂਕਿ ਪੇਪਰ ਪੁਆਇੰਟ ਆਫ ਵਿਊ 'ਚ ਡੈਰੀਵੇਸ਼ਨ ਨਹੀਂ ਆਣੀ, ਜੇ ਨੂਮੈਰੀਕਲ ਆਣਗੇ ਜਾਂ ਕਨਸੈਪਟ ਆਏਗਾ, ਕਨਸੈਪਚੁਅਲ ਕੁਐਸਚਨਸ। ਆਈ ਗੱਲ ਸਮਝ ਬੇਟਾ? ਤਾਂ ਹੋਪ ਸੋ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਇਹਦੇ ਨੂਮੈਰੀਕਲਸ ਟਰਾਈ ਕਰਨੇ ਆ ਤਾਂ ਮੈਨੂੰ WhatsApp ਤੇ ਸੈਂਡ ਕਰੋ ਕਾਪੀਜ਼। ਓਕੇ।